वो गोबिंद सिंह लौंगोवाल आवे, हरप्रीत सिंह आवे, डिबेट करे, संवाद करे। ਜਿਹੜੇ ਸਾਡਾ ਖਜ਼ਾਨਾ ਖਾ ਗਏ, ਗੁਰੂ ਰਾਮਦਾਸ ਦਾ ਖਾ ਕੇ ਤੇ ਕੰਜਰ ਗਿੱਧਾ ਕਰਦੇ ਪਏ ਰਾਮ ਰਹੀਮ ਦੀ ਦੁਕਾਨ ਤੇ, ਉਹ ਨਹੀਂ ਦੱਸੇ। ਆਲ ਵਰਲਡ ਦੀ ਸੰਗਤ ਨੂੰ ਇਹ ਪਤਾ ਲੱਗੇ ਵੀ ਆਫਟਰ ਆਲ ਗੁਰੂ ਗੋਬਿੰਦ ਸਿੰਘ ਜੀ ਦੇ ਸਾਈਨ ਵਾਲੀ ਸੁਨਹਿਰੀ ਪੋਥੀ ਕਿੱਥੇ ਗਈ। ਚੀਫ ਇਹਨਾਂ ਦਾ ਹੋਏਗਾ ਸੈਕਟਰੀ, ਉਹ 1.5 ਲੱਖ ਰੁਪਇਆ ਤਨਖਾਹ ਲੈਂਦਾ। ਉਹਨੂੰ ਨੋਵਾ ਗੱਡੀ ਮਿਲੀ ਹੈ, ਉਹਨੂੰ ਡਰਾਈਵਰ ਮਿਲਿਆ, ਉਹਨੂੰ ਕੋਠੀ ਮਿਲੀ ਹੈ। ਉਸ ਦੇ ਥੱਲੇ 3 ਸਕੱਤਰ ਹੋਰ ਨੇ ਜਿਹੜੇ 1.25 ਲੱਖ ਤਨਖਾਹ ਲੈਂਦੇ, ਨੋਵਾ ਗੱਡੀਆਂ ਮਿਲੀਆਂ ਨੇ। ਉਹਦੇ ਨਾਲ ਥੱਲੇ 9 ਹੋਰ ਮੀਤ ਸਕੱਤਰ ਨੇ, ਵਧੀਕ ਸਕੱਤਰ ਨੇ, 36 ਦੇ ਕਰੀਬ ਸਕੱਤਰ ਨੇ, ਜਿਨ੍ਹਾਂ ਨੂੰ ਘੱਟੋ ਘੱਟ 1 ਲੱਖ ਰੁਪਇਆ ਤਨਖਾਹ ਮਿਲਦੀ ਹੈ। ਤੇ ਨਾਲ ਨੋਵਾ ਗੱਡੀ ਮਿਲੀ, ਦਫ਼ਤਰ ਆਲੀਸ਼ਾਨ ਮਿਲਿਆ, ਕੋਠੀ ਮਿਲੀ ਰਹਿਣ ਨੂੰ। ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਲੈਟਰ ਲਿਖਿਆ ਜਾਂਦਾ ਹੈ। ਇਸ ਲੈਟਰ ਦੇ ਵਿੱਚ ਉਹਨਾਂ ਨੂੰ 7 ਨਵੰਬਰ ਨੂੰ ਸਿੱਖ ਸੰਗਤ ਦੇ ਸਾਹਮਣੇ ਪੇਸ਼ ਹੋਣ ਦੀ ਗੱਲ ਕੀਤੀ ਜਾਂਦੀ ਹੈ। ਕੀ ਵਜ੍ਹਾ ਰਹੀ, ਕਿਉਂ ਇਹ ਲੈਟਰ ਲਿਖਿਆ ਗਿਆ, ਗੱਲਬਾਤ ਕਰਦੇ ਹਾਂ। ਸਾਡੇ ਨਾਲ ਭਾਈ ਰਣਜੀਤ ਸਿੰਘ ਜੀ ਮੌਜੂਦ ਨੇ। ਜਥੇਦਾਰ ਸਾਹਿਬ, ਕੀ ਲੋੜ ਪੈ ਗਈ, ਅਸੀਂ ਤੁਹਾਨੂੰ ਲੈਟਰ ਲਿਖਣਾ ਪਿਆ? ਲੋੜ ਇਸ ਕਰਕੇ ਪੈ ਗਈ ਕਿਉਂਕਿ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਜਮਾਤ ਆ ਤੇ ਇਹਨੇ ਪ੍ਰੋਮਿਸ ਕਰਕੇ ਵੋਟਾਂ ਲਈਆਂ ਹੁੰਦੀਆਂ। ਇੱਕ ਇਹਦੇ ਉੱਤੇ ਜ਼ਿੰਮੇਵਾਰੀ ਆ ਸਾਡੀ ਸਰਮਾਇਆ ਨੂੰ ਸੰਭਾਲਣ ਦੀ, ਸਾਡੀ ਜਾਇਦਾਦਾਂ ਨੂੰ ਸੰਭਾਲਣ ਦੀ, ਗੁਰੂ ਦੀ ਗੋਰਖ ਨੂੰ ਸੰਭਾਲਣ ਦੀ, ਗੁਰੂ ਦੇ ਸਿਧਾਂਤ ਨੂੰ ਸੰਭਾਲਣ ਦੀ। ਪਰ ਜਦੋਂ ਅੱਜ ਸਾਡਾ ਸਭ ਤੋਂ ਬੇਸ਼ਕੀਮਤ ਸਰਮਾਇਆ ਨਹੀਂ ਮਿਲ ਰਿਹਾ, ਜਿਹੜਾ 84 ਦੇ ਵਿੱਚ ਫੌਜ ਲੈ ਗਈ, ਉਹਨਾਂ 90 ਤੋਂ ਪਹਿਲਾਂ ਵਾਪਸ ਕਰਤਾ। ਉਹਨਾਂ ਨੇ ਰਿਟਨ 'ਚ ਲਿਸਟਾਂ ਦਿੱਤੀਆਂ ਹਾਈ ਕੋਰਟ ਦੇ ਵਿੱਚ ਕਿ ਅਸੀਂ ਕੋਰਟ ਦੀ ਪਰਮਿਸ਼ਨ ਨਾਲ 200 ਗ੍ਰੰਥ ਹੱਥ ਲਿਖਤ ਪੁਰਾਣੇ, 2 ਜਨਮ ਸਾਖੀਆਂ, 28 ਗੁਰੂ ਸਾਹਿਬਾਨ ਦੇ ਹੱਥ ਲਿਖ ਅਸਲ ਹੁਕਮਨਾਮੇ ਅਸੀਂ 90 ਤੋਂ ਪਹਿਲਾਂ 3 ਜਿਹੜੇ ਆਫੀਸਰ ਉੱਚ ਅਧਿਕਾਰੀ ਨੇ ਪ੍ਰਬੰਧਕ ਕਮੇਟੀ, ਉਹਨਾਂ ਨੂੰ ਸੌਂਪ ਚੁੱਕੇ ਹਾਂ। ਇਹ ਉਹਨਾਂ ਦੀਆਂ ਰਸੀਦਾਂ ਨੇ। ਤਾਂ ਉਹ ਖਜ਼ਾਨਾ ਅੱਜ ਸਾਨੂੰ ਮਿਲ ਨਹੀਂ ਰਿਹਾ। ਉਹ ਸਾਡੀ ਜ਼ਿੰਦਗੀ ਦੀ ਆਤਮਾ ਹੈ, ਸਾਡੀ ਕੌਮ ਦੀ ਆਤਮਾ ਹੈ। ਜੇ ਉਹ ਸਾਨੂੰ ਗ੍ਰੰਥ ਨਹੀਂ ਮਿਲਦੇ ਤਾਂ ਸਾਡੇ ਕੋਲ ਕੁਛ ਨਹੀਂ ਰਹੂਗਾ। ਸਾਡਾ ਅਸਲਾ ਜਿਹੜਾ ਸਾਡਾ ਅਸਲਾ ਆ ਸਾਡੀ ਜ਼ਿੰਦਗੀ ਦਾ, ਉਹ ਖਤਮ ਹੋ ਜਾਊਗਾ, ਸਾਡੀ ਕੌਮ ਦਾ ਅਸਲਾ। ਤਾਂ ਇਹ ਬੜਾ ਗੰਭੀਰ ਮਸਲਾ ਹੈ। ਤਕਰੀਬਨ 30 ਸਾਲ ਹੋ ਗਏ ਆ। ਪਹਿਲਾਂ ਤਾਂ ਛਪਾਈ ਰੱਖਿਆ, ਕੌਮ ਨੂੰ ਪਤਾ ਨਹੀਂ ਲੱਗਣ ਦਿੱਤਾ। ਫਿਰ ਜਦੋਂ ਇਹ ਸਾਹਮਣੇ ਆਈ ਗੱਲ, ਜਦੋਂ ਕੋਰਟ ਦੇ ਵਿੱਚ ਕਿਸੇ ਸਿੱਖ ਨੇ ਪਾਈ, ਤੇ ਉਦੋਂ ਇਹ ਮਦਈ ਬਣੀ ਪ੍ਰਬੰਧਕ ਕਮੇਟੀ। ਉਹ ਸਿੱਖ ਨੂੰ ਪਿੱਛੇ ਹਟਾ ਕੇ ਆਪ ਮਦਈ ਬਣ ਗਈ 2004 'ਚ। ਪਰ ਉਹਦੇ ਬਾਅਦ ਹਾਈ ਕੋਰਟ ਦੇ ਵਿੱਚ ਉਹ ਕੇਸ ਖਾਰਜ ਹੋਇਆ ਕਿਉਂਕਿ ਹਾਈ ਕੋਰਟ ਨੇ ਲਿਖਿਆ ਕਿ ਮਦਈ ਪਾਰਟੀ ਗੰਭੀਰ ਨਹੀਂ, ਜਵਾਬ ਨਹੀਂ ਦੇ ਰਹੀ, ਸੰਸੀਅਰ ਨਹੀਂ, ਇਸ ਕਰਕੇ ਅਸੀਂ ਕੇਸ ਰੱਦ ਕਰਦੇ ਹਾਂ। 2004 ਦੇ ਵਿੱਚ ਇੱਕ ਸਿੰਦਰ ਸਿੰਘ ਨਾਂ ਦੇ ਸਿੱਖ ਨੇ ਕੇਸ ਪਾਇਆ ਕਿ ਇਹ ਸਾਡੀ ਬੜੀ ਬੇਸ਼ਕੀਮਤ ਵਸਤੂਆਂ ਨੇ ਜਿਹੜਾ ਫੌਜ ਲੈ ਕੇ ਗਈ, ਵਾਪਸ ਨਹੀਂ ਆਏ। ਜੇ ਉਹ ਸਾਡਾ ਸਰਮਾਇਆ ਸਾਨੂੰ ਨਹੀਂ ਮਿਲਦਾ ਤਾਂ ਸਾਡੀ ਬਹੁਤ ਹਾਨੀ ਹੋਊਗੀ, ਬਹੁਤ ਨੁਕਸਾਨ ਹੋਊਗਾ। ਉਹਦੇ ਵਿੱਚ ਨੋਟਿਸ ਦਿੱਤਾ ਹਾਈ ਕੋਰਟ ਨੇ ਪ੍ਰਬੰਧਕ ਕਮੇਟੀ ਨੂੰ। ਤਾਂ ਪ੍ਰਬੰਧਕ ਕਮੇਟੀ ਨੇ ਅਜੇ ਤੱਕ ਜਵਾਬ ਨਹੀਂ ਦਿੱਤਾ ਉਹਦਾ। तो जवाब आज कर रहे हैं, कल कर रहे हैं, कमेटी बनाई है, वो जवाब ले रही है। कोरोना आ गया, ये हो गया, वो हो गया, पिछली 14 डेट भी इस तरह निकल गई। तो हाई कोर्ट ਨੂੰ ਪੁੱਛਣਾ ਚਾਹੀਦਾ ਸੀ, डिफेंस मिनिस्ट्री ਨੂੰ, होम मिनिस्ट्री ਨੂੰ, CBI ਨੂੰ। ਉਹਨਾਂ ਪੁੱਛਿਆ, ਉਹਨਾਂ ਰਿਟਨ 'ਚ ਜਵਾਬ ਦੇ ਦਿੱਤਾ ਕਿ ਅਸੀਂ ਹਾਈ ਕੋਰਟ ਨੂੰ ਜਵਾਬ ਦਿੰਦਿਆਂ ਉਹਨਾਂ ਲਿਖਿਆ ਐਫੀਡੇਵਿਟ ਦੇ ਵਿੱਚ ਕਿ ਅਸੀਂ ਸਾਰਾ ਕੁਝ ਅਦਾਲਤ ਦੀ ਹੁਕਮਾਂ ਅਨੁਸਾਰ ਅਦਾਲਤ ਦੀ ਦੇਖ ਰੇਖ 'ਚ ਕਮੇਟੀ ਨੂੰ ਸੌਂਪ ਚੁੱਕੇ ਆ 90 ਤੋਂ ਪਹਿਲਾਂ। ਤੋਂ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਅੱਜ ਦੱਸ ਨਹੀਂ ਰਹੇ ਕਿੱਥੇ ਆ, ਕਿਹਦੇ ਕੋਲ ਗਿਆ, ਕਿਹਨੂੰ ਦਿੱਤਾ ਇਹਨਾਂ ਨੇ। ਇੱਕ 329 ਸਰੂਪ 328 ਸਰੂਪ ਜਿਹੜੇ ਨੇ ਉਹ ਕਿਹਦੇ ਹੁਕਮ ਨਾਲ ਕਿਹੜੇ ਡੇਰੇ 'ਚ ਦਿੱਤੇ ਉਹ ਨਹੀਂ ਦੱਸ ਰਹੇ। तो बहुत कुछ छुपाया जा रहा है। जी इन्वेस्टिगेशन की निजी व्यक्ति तो करवाई, अपनी मर्जी ना करवाई, उन्होंने भी एक झूठी रिपोर्ट तैयार करनी पई, वो तो ही करवाई, उन्हें दमदमा साहब बैठ के की। तो सारा कुछ जिहड़ा है साडी कौम दे जज्बात ते कौम दी होंद नाल जुड़िया होया। तो जदों कोई सिख प्रोटेस्ट करता है, बजाए दे उन्होंने दस्सण दे या उन्होंने
ਉਹਨਾਂ ਨੂੰ ਤਸੱਲੀ ਕਰਾਉਣ ਦੀ ਜਾਂ ਕੌਮ ਨੂੰ ਕਿਸੇ ਨਾ ਕਿਸੇ ਦਾ ਆਪਣਾ ਮੈਸੇਜ ਦੇਣ ਦੀ, ਆਪਣੀਆਂ ਮਜਬੂਰੀਆਂ ਦੱਸਣ ਦੀ ਉਹਨਾਂ ਨੂੰ ਤੁਸੀਂ ਛਿੱਤਰਪੇਟ ਕਰਦੇ ਹੋ। ਔਰ ਫਿਰ ਇਹ ਕਹਿੰਦੇ ਜੀ ਇਹ ਤੇ ਬੜੇ ਬਹਾਦਰ ਤੇ ਸੂਰਮਿਆਂ ਦੇ ਬੱਚੇ ਨੇ ਤੇ ਉਹ ਜਿਹੜੇ ਭਰਤੀ ਹੋਏ ਨੇ, ਤੁਸੀਂ ਉਹਨਾਂ ਨੂੰ ਇਹ ਨਰੈਣੂ ਮਹੰਤ ਕਹਿੰਦੇ ਹੋ। ਤੁਸੀਂ ਇੱਕ ਬਿਲਡਿੰਗ ਦੇ ਵਿੱਚ ਗੁੰਡਾ ਪਾਰਟੀ ਬੁਲਾ ਕੇ ਰੱਖੋ ਤੇ ਇਹ ਬਾਹਾਂ ਤੜਾਓ ਸਿੱਖਾਂ ਦੀਆਂ। ਇਹ ਜੇ ਇਹ ਸੂਰਬੀਰਾਂ ਦੇ ਬੱਚੇ ਨੇ ਤੇ ਬਾਦਲ ਦੀਆਂ ਲੱਤਾਂ ਕਿਉਂ ਨਹੀਂ ਤੋੜਦੇ, ਸੁਖਬੀਰ ਦੀਆਂ ਲੱਤਾਂ ਕਿਉਂ ਨਹੀਂ ਤੋੜਦੇ? ਇਹ ਜਿਹੜਾ ਜਥੇਦਾਰ ਹੈ ਜਾਂ ਪ੍ਰਧਾਨ ਇਹਦੀਆਂ ਲੱਤਾਂ ਕਿਉਂ ਨਹੀਂ ਤੋੜਦੇ, ਜਿਹੜੇ ਸਾਡੀ ਕੌਮ ਨੂੰ ਖਾ ਗਏ? ਤੋ ਅਸੀਂ ਫਿਰ ਇੱਕ ਇਸ ਤੋਂ ਵੀ ਇਲਾਵਾ ਗੁੰਡਾਗਰਦੀ ਏਡੀ ਵੱਡੀ ਕਿ ਕੋਈ ਵੀ ਇੱਥੇ ਐਜੀਟੇਸ਼ਨ ਨਹੀਂ ਕਰੂਗਾ, ਮਤਾ ਪਾਸ ਕਰ ਦਿੱਤਾ। ਇਹ ਤੇ ਪਾਰਲੀਮੈਂਟ ਵਿੱਚ ਨਹੀਂ ਮਤਾ ਪਾਸ ਕਰ ਸਕਦੀ ਕਿ ਇਹਦੇ ਬਾਹਰ ਕੋਈ ਨਹੀਂ ਕਰ ਸਕੂਗਾ। ਜਥੇਦਾਰ ਜੀ, SGPC ਵੱਲੋਂ ਵੀ ਕਮੇਟੀ ਬਣਾਈ ਜਾਂਦੀ ਹੈ, ਜਾਂਚ ਕਰਦੀ ਆ ਜੀ। ਤੁਸੀਂ ਵੀ ਕਹਿੰਦੇ ਹੋ ਕਿ ਮੇਰੇ ਕੋਲ ਵੀ ਪ੍ਰੂਫ ਹੈਗੇ ਆ, ਮੈਂ ਮੀਡੀਆ ਸਾਹਮਣੇ ਵੀ ਦਿਖਾ ਸਕਦਾ, ਆਮ ਲੋਕਾਂ ਨੂੰ, ਸਿੱਖ ਸੰਗਤ ਨੂੰ ਵੀ ਦਿਖਾ ਸਕਦਾ। ਫਰਕ ਕੀ ਆ ਫਿਰ ਜੇ ਉਹਨਾਂ ਨੇ? ਫਰਕ ਇਹ ਆ ਕਿ ਸਾਡੇ ਕੋਲ ਦਿਖਾਉਣ ਨੂੰ ਸਾਰਾ ਕੁਝ ਆ, ਉਹਨਾਂ ਕੋਲ ਦੇਣ ਨੂੰ ਕੁਝ ਨਹੀਂ ਹੈਗਾ ਜਾਂ ਦੱਸਣ ਨੂੰ ਕੁਝ ਨਹੀਂ ਹੈਗਾ। ਇਹੀ ਵਜ੍ਹਾ ਕੋਈ ਸਾਹਮਣੇ ਨਹੀਂ ਆਉਂਦੇ। ਪਰ ਸਾਨੂੰ ਅਫਸੋਸ ਇਹ ਆ ਕਿ ਅੱਜ ਕੋਈ ਅਪਰਾਧ ਛਪਾਉਣਾ ਹੈ, ਕਮਜ਼ੋਰੀ ਛਪਾਉਣੀ, ਤਾਂ ਉਹ ਕਹਿਣਗੇ ਜੀ ਇਹ ਮੱਕੜ ਸਾਹਿਬ ਕਰ ਗਏ, ਉਹ ਮਰ ਗਏ। ਕੱਲ੍ਹ ਨੂੰ ਇਹ ਕਿਹਾ ਜਾਊਗਾ ਗੋਬਿੰਦ ਸਿੰਘ ਲੌਂਗੋਵਾਲ ਤੇ ਗਿਆਨੀ ਹਰਪ੍ਰੀਤ ਸਿੰਘ ਮਰ ਗਏ, ਬਾਦਲ ਮਰ ਗਿਆ ਤੇ ਸਾਨੂੰ ਹੁਣ ਉਹਦਾ ਪਤਾ ਨਹੀਂ। ਤੋ ਆਉਣ ਵਾਲੀ ਪੀੜ੍ਹੀ ਨੂੰ ਜਵਾਬ ਕੌਣ ਦਊਗਾ? ਜਿਹੜਾ ਕੁਛ ਸਾਡਾ 30 ਸਾਲ ਤੋਂ ਲਗਾਤਾਰ ਨਹੀਂ ਮਿਲ ਰਿਹਾ, ਇਹ ਕੌਣ ਵਾਪਸ ਕਰੂਗਾ? ਤੇ ਅਸੀਂ ਆਪਣੀ ਕੌਮ ਦੀ ਹੋਂਦ ਨੂੰ ਕਿਵੇਂ ਬਚਾਵਾਂਗੇ? ਅਸੀਂ ਇਹ ਲਾਪਰਵਾਹੀ ਕਰਦੇ ਰਹੇ ਕਿ ਚਲੋ ਅੱਜ ਨਹੀਂ ਕੱਲ੍ਹ ਕਮੇਟੀ ਕੋਈ ਵੀ ਬਣਾਓ। ਤੁਸੀਂ ਹਾਈ ਕੋਰਟ 'ਚ ਲਿਖ ਕੇ ਤਾਂ ਕਮੇਟੀ ਬਣਾਈ ਹੈ, ਤੇ ਕਮੇਟੀ 2008 ਤੋਂ ਲੈ ਕੇ ਬਲਕਿ 2004 ਤੋਂ ਲੈ ਕੇ ਅੱਜ ਤੱਕ ਇਹ ਦੱਸ ਹੀ ਨਹੀਂ ਪਾ ਰਹੀ ਕਿ ਇਹ ਸਰੂਪ ਕਿੱਥੇ ਗਏ। ਇੱਕ ਲੰਮਾ ਵਕਫਾ ਕੌਣ ਲੈ ਗਿਆ? ਤੇ ਜੇ ਤੁਸੀਂ ਕਿਸੇ ਨੂੰ ਦਿੱਤੇ ਆ ਤੇ ਸਾਨੂੰ ਰਿਟਨ 'ਚ ਦਿਓ। ਜੇ ਤੁਸੀਂ ਚੋਰ ਨਹੀਂ ਹੋ ਤੇ ਰਿਟਨ 'ਚ ਦਿਓ, ਕੋਰਟ 'ਚ ਦੇ ਦਿਓ। ਵੈਸੇ ਜੇ ਗੱਲ ਪ੍ਰੋਸੈਸ ਦੀ ਕੀਤੀ ਜਾਵੇ, ਕਿਸੇ ਨੇ ਸਰੂਪ ਲੈ ਕੇ ਜਾਣਾ ਮਹਾਰਾਜ ਦਾ, ਉਹਦਾ ਪ੍ਰੋਸੈਸ ਕੀ ਹੈ? ਕਿਉਂਕਿ ਸਾਰਾ ਕੁਝ ਲਿਖਿਆ ਜਾਂਦਾ ਹੈ ਨਾ। ਪ੍ਰੋਸੈਸ ਦਾ ਇਸ ਤਰ੍ਹਾਂ ਜੀ ਕਿ ਜਿਹੜਾ ਇਹਨਾਂ ਨੇ ਕਿਹਾ ਨਾ ਕਿ ਉਹ ਪੈਸੇ ਖਾ ਗਏ, ਸਰੂਪ ਠੀਕ ਥਾਂ ਤੇ ਗਏ, ਇਹ ਝੂਠ ਆ। ਸਰੂਪ ਜੇ ਠੀਕ ਥਾਂ ਤੇ ਗਏ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ, ਪੈਸੇ ਖਾ ਜਾਵੇ ਕੋਈ ਖਾ ਜਾਵੇ। ਲੇਕਿਨ ਸਰੂਪ ਜੇ ਠੀਕ ਥਾਂ ਤੇ ਗਿਆ ਤੇ ਉਹਦੀ ਆਰਡਰ ਬੁੱਕ ਕਿਉਂ ਛਪਾਈ ਹੈ, ਉਹ ਸਾਨੂੰ ਕਿਉਂ ਨਹੀਂ ਦਿਖਾਉਂਦੇ? ਜਦੋਂ ਵੀ ਸਰੂਪ ਕਿਤੇ ਜਾਂਦੇ ਆ ਤੇ ਆਰਡਰ ਬੁੱਕ ਤੇ ਲਿਖਿਆ ਜਾਂਦਾ ਹੈ ਕਿ ਇਹਨੇ ਸਰੂਪ ਤੁਸੀਂ ਡਿਮਾਂਡ ਕੀਤੀ ਸੀ, ਅਸੀਂ ਇੰਨੇ ਸਰੂਪ ਭੇਜ ਰਹੇ ਹਾਂ ਤੇ ਇਹਦੇ ਲਈ 5 ਪਿਆਰੇ ਨਾਲ ਆ ਰਹੇ ਆ, ਗ੍ਰੰਥ ਸਿੰਘ ਨਾਲ ਆ ਰਿਹਾ, ਤੇ ਇਹਦੀ ਪੇਮੈਂਟ ਮੈਨੇਜਰ ਨੂੰ ਦੇ ਦਿੱਤੀ ਜਾਵੇ। ਤੇ ਉਹ ਪੇਮੈਂਟ ਦਾ ਤਾਂ ਕਹੀ ਜਾ ਰਿਹਾ ਕਿ ਖਾ ਗਏ, ਲੇਕਿਨ ਸਰੂਪ ਕਿੱਥੇ ਗਏ? ਉਹ ਆਰਡਰ ਬੁੱਕ ਜਿਹੜੀ ਸਾਨੂੰ ਦਿਖਾਓ, ਸਾਨੂੰ ਇਨਵੈਸਟੀਗੇਸ਼ਨ ਨੂੰ ਦਿਓ। ਕਿਉਂ ਨਹੀਂ ਦਿੰਦੇ? ਇਸੇ ਕਰਕੇ ਨਹੀਂ ਦਿੰਦੇ ਕਿ ਇਹ ਦੱਸ ਨਹੀਂ ਪਾ ਰਿਹਾ ਕਿ ਸਰੂਪ ਅਸੀਂ ਕਿੱਥੇ ਦਿੱਤੇ। ਇਹਦੇ ਨਾਲ ਤੁਸੀਂ ਇਹ ਵੀ ਕਹਿ ਰਹੇ ਆ ਕਿ 7 ਤਰੀਕ ਨੂੰ ਜਿੱਥੇ ਉਹ ਸਿੱਖ ਸੰਗਤ ਦੇ ਸਾਹਮਣੇ ਆ, ਜੇ ਨਹੀਂ ਆਉਂਦੇ ਤਾਂ ਅਸੀਂ ਜਾਵਾਂਗੇ 7 ਤਰੀਕ ਨੂੰ। ਤੁਸੀਂ ਜਾ ਰਹੇ ਹੋ, ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਟਕਰਾਅ ਵਾਲੀ ਸਥਿਤੀ ਫਿਰ ਬਣ ਸਕਦੀ ਹੈ? ਕਿਉਂਕਿ ਪਹਿਲਾਂ ਵੀ ਸਤਕਾਰ ਕਮੇਟੀ ਦੇ ਨਾਲ ਹੋ ਚੁੱਕਿਆ। ਨਹੀਂ, ਉਹ ਦੇਖੋ ਇਹ ਇਹਨਾਂ ਦੀ ਬਦਤਮੀਜ਼ੀ ਆ, ਬਹੁਤ ਗਲਤੀ ਕੀਤੀ ਇਹਨਾਂ ਨੇ। ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਹਾਂ। ਗੁਰੂ ਤੇਗ ਬਹਾਦਰ ਸਾਹਿਬ ਨੂੰ ਨਹੀਂ ਸੀ ਵੜਨ ਦਿੱਤਾ ਹਰਿਮੰਦਰ ਸਾਹਿਬ 'ਚ, ਤਾਂ ਉਹਨਾਂ ਨੂੰ ਇਹੀ ਸਰਾਪ ਦੇ ਕੇ ਆਏ ਸੀ, ਨਹਿ ਬਸੰਤ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਸੇ ਅੰਦਰ ਸੜੀਏ। ਤੁਸੀਂ ਅੰਮ੍ਰਿਤ ਸਰੀਏ ਨਹੀਂ ਹੋ, ਤੁਸੀਂ ਤ੍ਰਿਸ਼ਨਾ ਦੀ ਅੱਗ ਨਾਲ ਅੰਦਰੋਂ ਸੜੇ ਹੋਏ ਹੋ। ਤਾਂ ਅਸੀਂ ਵੀ ਇਹ ਸਰਾਪ ਦੇ ਕੇ ਆਵਾਂਗੇ। ਔਰ ਅਸੀਂ ਇਹ ਜਾਣਕਾਰੀ ਉਹਨਾਂ ਲੋਕਾਂ ਨੂੰ ਦੇਣੀ ਹੈ, ਉਹਨਾਂ ਸਪੋਰਟਾਂ ਨੂੰ ਦੇਣੀ ਹੈ ਜਿਨ੍ਹਾਂ ਦੀ ਵੋਟ ਨਾਲ ਇਹ ਕਮੇਟੀ ਬਾਦਲ ਖੋਹ ਲੈਂਦਾ ਸਾਡੇ ਤੋਂ ਝੂਠ ਬੋਲ ਕੇ। ਤਾਂ ਅਸੀਂ ਘੱਟੋ ਘੱਟ ਇਹ ਲੋਕਾਂ ਨੂੰ ਇਹ ਜਾਣਕਾਰੀ ਦੇਣ 'ਚ ਸਫਲ ਹੋਵਾਂਗੇ ਕਿ ਜੇ ਅਸੀਂ ਗਲਤ ਹਾਂ ਤੇ ਪ੍ਰੈਸ ਖੜੀ ਆ, ਸਾਨੂੰ ਕੁਐਸਚਨ ਕਰੋ। ਉਹ ਗੋਬਿੰਦ ਸਿੰਘ ਲੌਂਗੋਵਾਲ ਆਵੇ, ਹਰਪ੍ਰੀਤ ਸਿੰਘ ਆਵੇ, ਡਿਬੇਟ ਕਰੇ, ਸੰਵਾਦ ਕਰੇ। ਪ੍ਰੈਸ ਜਿਹੜੀ ਆ ਸਾਡੇ ਦਰਮਿਆਨ ਇੱਕ ਮੀਡੀਆ ਜਿਹੜਾ ਇੱਕ ਜਾਮਨ ਖੜੀ ਆ। ਪ੍ਰੈਸ ਕਾਨਫਰੰਸ ਤਾਂ ਉਹ ਵੀ ਕਰ ਰਹੇ ਨੇ। ਹਾਂ, ਨਹੀਂ, ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਇਹ ਨੇ ਕਿ ਸਾਨੂੰ ਨਰੈਣੂ ਮੰਤ ਕਿਹਾ ਜਾ ਰਿਹਾ ਹੈ। ਇਹ ਜਿਹੜੇ ਬੰਦਿਆਂ ਨੂੰ ਕਿਹਾ ਜਾ ਰਿਹਾ ਉਹ ਸ਼ਹੀਦਾਂ ਦੇ ਬੱਚੇ ਨੇ, ਉਹ ਇਸ ਤਰ੍ਹਾਂ ਨੇ, ਕੋਈ ਵੀ ਇਸ ਤਰ੍ਹਾਂ। ਜਿਹੜੇ ਸ਼ਹੀਦਾਂ ਦੇ ਬੱਚੇ ਨੇ ਉਹਨਾਂ ਨੂੰ ਇਹ ਗੁਰਸਿੱਖਾਂ ਨੂੰ ਤਾਂ ਬਾਹਾਂ ਤੋੜਨੀਆਂ ਆ ਗਈਆਂ, ਪਰ ਜਿਹੜੇ ਸਾਡਾ ਖਜ਼ਾਨਾ ਖਾ ਗਏ, ਗੁਰੂ ਰਾਮਦਾਸ ਦਾ ਖਾ ਕੇ ਤੇ ਕੰਜਰ ਗਿੱਧਾ ਕਰਦੇ ਪਏ ਰਾਮ ਰਹੀਮ ਦੀ ਦੁਕਾਨ ਤੇ, ਉਹ ਨਹੀਂ ਦੱਸੇ। ਉਹਨਾਂ ਦੀਆਂ ਲੱਤਾਂ ਬਾਹਾਂ ਨਹੀਂ ਤੋੜੀਆਂ ਉਹਨਾਂ। ਤੋ ਇਹ ਇੱਕ ਤਰਫਾ ਇਹ ਪ੍ਰੈਸ ਕਾਨਫਰੰਸ। ਹੁਣ ਮੇਰੀ ਤੁਹਾਡੇ ਨਾਲ ਵਾਰਤਾ ਹੋ ਰਹੀ ਇੱਕ ਤਰਫਾ ਹੈ। ਤੁਸੀਂ ਮੈਨੂੰ ਕੁਐਸਚਨ ਕਰੋ ਤੇ ਵੱਖਰੀ ਗੱਲ ਹੈ, ਲੇਕਿਨ
ਇੱਥੇ ਬੈਠੇ ਗੋਬਿੰਦ ਸਿੰਘ ਲੌਂਗੋਵਾਲ, ਇੱਥੇ ਬੈਠੇ ਹਰਪ੍ਰੀਤ ਸਿੰਘ, ਤੇ ਤੁਸੀਂ ਵਿਚਕਾਰ ਬੈਠੋ, ਤੁਸੀਂ ਕੁਐਸਚਨ ਕਰੋ, ਅਸੀਂ ਜਵਾਬ ਦਈਏ, ਤੇ ਉਹਦੇ ਨਾਲ ਸੰਗਤ ਨੂੰ ਜਾਣਕਾਰੀ ਮਿਲੇ। ਡਿਬੇਟ ਕਹਿੰਦੇ ਹੋ ਕਰਨ ਦੀ? ਹਾਂ। ਤੁਹਾਨੂੰ ਲੱਗਦਾ ਵੀ ਹੋ ਜੂਗੀ ਉਸ ਦਿਨ ਡਿਬੇਟ? ਦੇਖੋ, ਅਸੀਂ ਤੇ ਇਸ ਕਰਕੇ ਜਾ ਰਹੇ ਹਾਂ ਕਿ ਸੰਵਾਦ ਹੋਵੇ, ਸੰਗਤ ਆਲ ਵਰਲਡ ਦੀ ਸੰਗਤ ਦੇਖੇ ਕਿ ਇਹ ਕੌਣ ਸੱਚਾ ਕੌਣ ਝੂਠਾ ਹੈ। ਆਲ ਵਰਲਡ ਦੀ ਸੰਗਤ ਨੂੰ ਇਹ ਪਤਾ ਲੱਗੇ ਕਿ ਆਫਟਰ ਆਲ ਗੁਰੂ ਗੋਬਿੰਦ ਸਿੰਘ ਜੀ ਦੇ ਸਾਈਨ ਵਾਲੀ ਸੁਨਹਿਰੀ ਪੋਥੀ ਕਿੱਥੇ ਗਈ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਾਈਨਾਂ ਵਾਲੀਆਂ ਧਾਰਮਿਕ ਗ੍ਰੰਥ ਕਿੱਥੇ ਗਏ। ਗੁਰੂ ਸਾਹਿਬ ਜੀ ਦੇ ਹੱਥ ਲਿਖਤ 28 ਹੁਕਮਨਾਮੇ ਅਸਲ ਕਿੱਥੇ ਗਏ। 2 ਜਨਮ ਸਾਖੀਆਂ ਕਿੱਥੇ ਗਈਆਂ। ਲੋਕਾਂ ਨੂੰ ਪਤਾ ਲੱਗੂ, ਇਹ ਜਵਾਬ ਦੇਣਗੇ ਵੀ ਸਾਡੇ ਕੋਲ ਨੇ ਤੇ ਇੱਥੇ ਨੇ, ਅਸੀਂ ਦੱਸ ਰਹੇ ਹਾਂ। ਇੱਕ ਅਫਸਰ ਨਿਯੁਕਤ ਕਰਦੀ ਹੈ ਪ੍ਰਬੰਧਕ ਕਮੇਟੀ, ਉਹ ਅਫਸਰ ਜਿਹੜਾ ਉਹ ਦੇਖ ਰਿਹਾ ਰੈਫਰੈਂਸ ਲਾਇਬ੍ਰੇਰੀ ਨੂੰ, ਉਹਦੇ ਵਿੱਚ ਰਿਕਾਰਡ ਦੇਖ ਰਿਹਾ, ਰਿਕਾਰਡ ਦੇ ਵਿੱਚ ਇੰਦਰਾਜ ਭਰੇ ਪਏ ਨੇ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਇੰਨੇ ਸਰੂਪ ਹੱਥ ਲਿਖਤ, 202 ਦਸਮ ਗ੍ਰੰਥ ਦੇ ਸਰੂਪ, 2 ਪੋਥੀਆਂ ਜਨਮ ਸਾਖੀ ਦੀਆਂ, 28 ਹੁਕਮਨਾਮੇ, ਲੇਕਿਨ ਹੈਗੇ ਨਹੀਂ, ਮੌਜੂਦ ਹੈ ਨਹੀਂ। ਤੋ ਇਹਨਾਂ ਨੂੰ ਰਿਟਨ 'ਚ ਲਿਖ ਰਿਹਾ ਕਿ ਮੈਂ ਬਤੌਰ ਡਾਇਰੈਕਟਰ ਤੁਹਾਨੂੰ ਪੁੱਛ ਰਿਹਾ ਕਿ ਇੱਥੇ ਇੰਦਰਾਜ ਹੈਗੇ ਨੇ, ਪੋਥੀਆਂ ਹੈ ਨਹੀਂ, ਕਿੱਥੇ ਗਈਆਂ। ਤੋ ਲਿਆ ਕੇ ਰੱਖੋ, ਜਾਂ ਅਜਾਇਬ ਘਰ 'ਚ ਰੱਖੋ, ਜਾਂ ਇੱਥੇ ਰੱਖੋ। ਅੱਜ ਆ ਰਹੀਆਂ, ਕੱਲ੍ਹ ਆ ਰਹੀਆਂ, ਅੱਜ ਆ ਰਹੀਆਂ, ਕੱਲ੍ਹ ਆ ਰਹੀਆਂ। ਇਹ 2004 ਤੋਂ ਪਹਿਲਾਂ ਦੀਆਂ ਗੱਲਾਂ। ਸ਼੍ਰੋਮਣੀ ਕਮੇਟੀ ਕੋਈ ਲੰਬਾ ਸਟਾਫ ਆ, ਹਾਂ, ਤਨਖਾਹ ਦਿੱਤੀ ਜਾਂਦੀ, ਇੱਕ ਮੋਟੀ ਤਨਖਾਹ ਜਾਂਦੀ ਹੈ ਉਹਨਾਂ ਦੀ ਸਟਾਫ ਨੂੰ। ਕੀ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਟਾਫ ਵੀ ਆ ਉਹ ਸਾਂਭਣ 'ਚ ਨਾਕਾਮ ਰਿਹਾ? ਨਹੀਂ, ਇਹ ਨਹੀਂ ਗੱਲਾਂ ਹੁੰਦੀਆਂ। ਜੇ ਸਟਾਫ ਇੱਕ ਚੀਫ ਇਹਨਾਂ ਦਾ ਹੋਏਗਾ ਸੈਕਟਰੀ, ਉਹ 1.5 ਲੱਖ ਰੁਪਇਆ ਤਨਖਾਹ ਲੈਂਦਾ, ਉਹਨੂੰ ਨੋਵਾ ਗੱਡੀ ਮਿਲੀ ਹੈ, ਉਹਨੂੰ ਡਰਾਈਵਰ ਮਿਲਿਆ, ਉਹਨੂੰ ਕੋਠੀ ਮਿਲੀ ਹੈ। ਉਸ ਦੇ ਥੱਲੇ 3 ਸਕੱਤਰ ਹੋਰ ਨੇ ਜਿਹੜੇ 1.25 ਲੱਖ ਤਨਖਾਹ ਲੈਂਦੇ, ਨੋਵਾ ਗੱਡੀਆਂ ਮਿਲੀਆਂ ਨੇ। ਉਹਦੇ ਨਾਲ ਥੱਲੇ 9 ਹੋਰ ਮੀਤ ਸਕੱਤਰ ਨੇ, ਵਧੀਕ ਸਕੱਤਰ ਨੇ, 36 ਦੇ ਕਰੀਬ ਸਕੱਤਰ ਨੇ, ਜਿਨ੍ਹਾਂ ਨੂੰ ਘੱਟੋ ਘੱਟ 1 ਲੱਖ ਰੁਪਇਆ ਤਨਖਾਹ ਮਿਲਦੀ ਹੈ, ਤੇ ਨਾਲ ਨੋਵਾ ਗੱਡੀ ਮਿਲੀ, ਦਫ਼ਤਰ ਆਲੀਸ਼ਾਨ ਮਿਲਿਆ, ਕੋਠੀ ਮਿਲੀ ਰਹਿਣ ਨੂੰ। 1 2 3 ਕਿੰਨੇ ਕੁ ਖਰਾਬ ਹੋ ਨਿਕਲਣਗੇ ਸਾਰੇ। ਜੇ ਜਵਾਬ ਦੇ ਹੈ ਹੀ ਕੋਈ ਨਹੀਂ ਇਹਨਾਂ 'ਚ, ਤੇ ਇਹਨਾਂ ਨੂੰ ਤਨਖਾਹ ਕਿਉਂ ਦੇ ਰਹੇ ਹੋ ਤੁਸੀਂ, ਰੱਖੇ ਕਿਉਂ ਨੇ। ਔਰ ਦੂਸਰਾ, ਜਿਹੜੀ ਚੀਜ਼ ਸਾਡੀ ਵਸਤੂ ਗਵਾਚ ਗਈ ਹੈ ਉਹਨੂੰ ਹਾਸਲ ਕਰਨ ਲਈ FIR ਕਿਉਂ ਨਹੀਂ ਹੋ ਰਹੀ। ਅਗਰ ਫੌਜ ਜਾਂ ਡਿਫੈਂਸ ਜਾਂ ਹੋਮ ਮਿਨਿਸਟਰੀ ਕਹਿ ਰਹੀ ਕਿ ਅਸੀਂ ਇਹ ਸਰੂਪ ਇਹਨਾਂ ਵਿਅਕਤੀਆਂ ਨੂੰ ਦਿੱਤੇ ਨੇ, ਇਹ ਰਸੀਦਾਂ ਨੇ, ਤੇ ਉਹ ਜਿਉਂਦੇ ਨੇ, ਉਹਨਾਂ ਦੇ ਖਿਲਾਫ FIR ਕਰਾਓ। ਤੋ FIR ਹੋਊਗੀ ਤੇ ਉਹ ਸਾਡਾ ਸਮਾਨ ਵਾਪਸ ਆਊਗਾ। ਤੁਸੀਂ ਕਹਿ ਰਹੇ ਹੋ ਕਿ ਸਬੂਤ ਮੇਰੇ ਕੋਲ ਵੀ ਨੇ, ਕਿਹੜੇ ਸਬੂਤ ਨੇ ਜੋ ਤੁਸੀਂ ਦੇਖੋ ਮੈਂ ਤੇ ਕੀ ਸਬੂਤ ਦੇਣੇ ਨੇ। ਹਾਈ ਕੋਰਟ ਦੇ ਵਿੱਚ ਸੁਪਰੀਮ ਅਥਾਰਟੀ ਡਿਫੈਂਸ ਤੇ ਹੋਮ ਮਿਨਿਸਟਰੀ ਦੇ ਰਹੀ ਹੈ ਕਿ ਇਹ ਲੋਕ ਅਸੀਂ ਦਿੱਤੀਆਂ। ਉੱਥੇ ਇਹ ਪ੍ਰਬੰਧਕ ਕਮੇਟੀ ਦਾਅਵਾ ਕਿਉਂ ਨਹੀਂ ਕਰਦੀ ਕਿ ਝੂਠ ਬੋਲ ਰਿਹਾ। ਪ੍ਰਬੰਧਕ ਕਮੇਟੀ ਨੂੰ ਅੱਜ ਜੱਜ ਪੁੱਛ ਰਹੇ ਨੇ ਕਿ ਤੁਹਾਡੇ ਕੋਲ 84 ਤੋਂ ਪਹਿਲਾਂ ਕੀ ਸੀ, ਅੱਜ ਕੀ ਆ, ਤੇ ਗਾਇਬ ਕੀ ਹੋਇਆ, ਉਹ ਕਿਉਂ ਨਹੀਂ ਜਵਾਬ ਦੇ ਰਹੇ। ਇੱਕ ਲੰਬੀ ਚੁੱਪ ਵੱਟੀ ਗਈ ਉਹਨਾਂ ਵੱਲੋਂ ਵੀ। ਲੰਬੀ ਚੁੱਟ ਕੇ ਜਦੋਂ ਹੈ ਹੀ ਕੁਛ ਨਹੀਂ ਤੇ ਚੁੱਪ ਹੀ ਵੱਟਣੀ, ਹੋਰ ਕੀ ਕਰਨਗੇ। ਤੋ ਪ੍ਰੂਫ ਤਾਂ ਹੁੰਦਾ ਹੈ, ਪ੍ਰੂਫ ਇਸ ਤਰ੍ਹਾਂ ਹੁੰਦਾ ਹੈ ਕਿ ਮੈਂ ਆਰੋਪ ਲਾ ਰਿਹਾ, ਉਹ ਕਹਿਣਗੇ ਆਹ ਦੇਖੋ ਜੀ ਕਿਹੜੀ ਚੀਜ਼ ਦੱਸੋ ਕਿ ਸਿੰਘ ਸਾਹਿਬ ਸਾਨੂੰ ਬੇਵਕੂਫ ਬਣਾ ਰਿਹਾ, ਝੂਠ ਬੋਲ ਰਿਹਾ, ਆਹ ਦੇਖੋ ਸਾਡੇ ਕੋਲ ਦਿਖਾਓ, ਦੇਖ ਲਓ ਤੁਸੀਂ। ਇੱਕ ਜਾਂਦੇ ਇਹ ਵੀ ਦੱਸ ਦਿਓ ਕਿ ਜੋ ਤੁਸੀਂ ਉਦੋਂ ਜਾਓਗੇ, ਪ੍ਰੋਟੈਸਟ ਕਰੋਗੇ ਜਾਂ ਧਰਨਾ ਕਰੋਗੇ, ਉਹ ਕਿਵੇਂ ਦਾ ਰਹੂਗਾ। ਅਸੀਂ ਜਿਹੜੀ ਵੇਟ ਕਰਾਂਗੇ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਕਰਾਂਗੇ 11 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ। ਜੇ ਨਹੀਂ ਆਉਣਗੇ ਤੇ ਸਾਰੀ ਸਥਿਤੀ ਜਿਹੜੀ ਉਹ 'ਤੇ ਚਾਨਣਾ ਪਾ ਕੇ ਵਿਦ ਪ੍ਰੂਫ, ਜਿਹੜੀ ਇਹਨਾਂ ਦੀ ਇਨਵੈਸਟੀਗੇਸ਼ਨ ਨੇ ਇਹਨਾਂ ਦੀਆਂ ਕਮਜ਼ੋਰੀਆਂ ਕੱਢ ਕੇ ਸਾਬਤ ਕੀਤਾ ਕਿ ਬਾਦਲ ਪਰਿਵਾਰ ਇਹ 'ਚ ਦੋਸ਼ੀ ਆ, ਤੇ ਉਹਦੇ ਖਿਲਾਫ ਸਾਜ਼ਾ ਕਿਉਂ ਨਹੀਂ ਹੋਈ। ਤੁਸੀਂ ਉਹ ਇਨਵੈਸਟੀਗੇਸ਼ਨ ਦੇ ਆਧਾਰ 'ਤੇ ਇਹ ਪ੍ਰੈਸ ਕਾਨਫਰੰਸ ਕੀਤੀ ਕਿ ਫੌਜਦਾਰੀ ਕੇਸ ਦਰਜ ਹੋਊ, ਕਿਉਂ ਨਹੀਂ ਹੋਏ। ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚੋਂ ਹੀ ਸਵਾਲ ਲੈ ਕੇ ਇਹਨਾਂ 'ਤੇ ਕਰਾਂਗੇ ਸ਼ਾਂਤਮਈ ਪ੍ਰਦਰਸ਼ਨ। ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਕਿਹਾ ਕਿ ਉਹਨਾਂ ਵੱਲੋਂ 7 ਤਰੀਕ ਨੂੰ ਜੋ ਪ੍ਰਦਰਸ਼ਨ ਕੀਤਾ ਜਾਊਗਾ, ਵਿਰੋਧ ਪ੍ਰਦਰਸ਼ਨ ਕੀਤਾ, ਉਹ ਸ਼ਾਂਤਮਈ ਢੰਗ ਨਾਲ ਹੋਊਗਾ। ਉਸ ਤੋਂ ਪਹਿਲਾਂ SGPC ਦੇ ਪ੍ਰਧਾਨ ਨੂੰ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਮਾਂ ਦਿੱਤਾ ਜਾਊਗਾ ਤਾਂ ਜੋ ਸਿੱਖ ਸੰਗਤ ਦੇ ਸਾਹਮਣੇ ਆਉਣ ਅਤੇ ਆਪਣੀ ਗੱਲ ਰੱਖਣ। ਹੁਣ ਦੇਖਣਾ ਹੋਏਗਾ ਕਿ 7 ਤਰੀਕ ਨੂੰ ਸਮੇਂ ਕਿਸ ਤਰ੍ਹਾਂ ਦੀ ਕਰਵਟ ਬਦਲਦਾ ਹੈ, ਉਹ ਸਾਹਮਣੇ ਆਉਂਦੇ ਹਨ ਜਾਂ ਇਹ ਵਿਰੋਧ ਕਰਨਗੇ। ਚੰਡੀਗੜ੍ਹ ਤੋਂ ਕੈਮਰਾ ਪਰਸਨ ਆਕਾਸ਼ਦੀਪ ਦੇ ਨਾਲ ਰਵੀ ਜਾਖੂ।